हाँ जी तो गाइस वेलकम बैक टू चैनल। ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਲਰਨ ਵਿਦ ਗੁਰਕਿਰਤ ਸਿੰਘ। ਤੇ ਅਸੀਂ ਕਰ ਰਹੇ ਹਾਂ SST ਦੇ ਅੱਜ ਇਕਨੋਮਿਕਸ ਅਤੇ ਸਿਵਿਕਸ ਦੇ ਚੈਪਟਰਸ ਜੋ ਕਿ 9 ਤਰੀਕ ਨੂੰ ਹੋਣ ਜਾ ਰਹੇ SST ਦੇ ਪੇਪਰ ਦੇ ਟਰਮ 2 ਦੇ ਐਗਜ਼ਾਮ ਵਿੱਚ ਆਉਣ ਜਾ ਰਹੇ ਹਨ। ਸੋ ਸਭ ਤੋਂ ਪਹਿਲਾਂ ਅਸੀਂ ਇਕਨੋਮਿਕਸ ਦੇ ਜੋ ਕਿ ਹੈ ਸਿਲੇਬਸ ਵੱਲ ਨਿਗਾਹ ਮਾਰਦੇ ਹਾਂ। ਸੋ ਸਭ ਤੋਂ ਪਹਿਲਾਂ ਜਦੋਂ ਆਪਾਂ ਦੇਖੀਏ ਤਾਂ ਇਕਨੋਮਿਕਸ ਦਾ ਚੈਪਟਰ ਨੰਬਰ 3 ਐਗਰੀਕਲਚਰ ਡਿਵੈਲਪਮੈਂਟ ਇਨ ਇੰਡੀਆ ਜੋ ਕਿ ਹੈ ਇਹ ਚੈਪਟਰ, ਇਹਦੇ ਵਿੱਚ ਸਿਰਫ ਇੱਕ ਕੁਐਸਚਨ ਆਇਆ ਜਾ ਰਿਹਾ ਹੈ। ਉਹ ਇੱਕ ਹੀ ਕੁਐਸਚਨ ਜੋ ਕਿ 4 ਨੰਬਰ ਦਾ ਹੋਣ ਜਾ ਰਿਹਾ ਹੈ। ਇਹ ਬਹੁਤ ਹੀ ਜ਼ਰੂਰੀ ਹੈ। 4 ਨੰਬਰ ਬਹੁਤ ਹੀ ਜ਼ਰੂਰੀ ਹੈ। ਇਹ ਤੁਹਾਨੂੰ ਅੱਗੇ ਕੁਐਸਚਨ ਸਮਝਾ ਕੇ ਵੀ ਜੋ ਕਿ ਹੈ ਉਹ ਪੜ੍ਹਾਵਾਂਗੇ। ਸੋ ਨੈਕਸਟ ਆਪਣੇ ਕੋਲ ਚੈਪਟਰ ਨੰਬਰ 4 ਹੈ ਜਿਹਦਾ ਨਾਮ ਹੈ ਇੰਡਸਟਰੀਅਲ ਡਿਵੈਲਪਮੈਂਟ ਇਨ ਇੰਡੀਆ ਅਤੇ ਇਸ ਦਾ 1 ਨੰਬਰ ਦਾ ਇੱਕ ਕੁਐਸਚਨ ਆਉਣ ਜਾ ਰਿਹਾ ਹੈ ਅਤੇ 2 ਨੰਬਰ ਦਾ ਇੱਕ ਕੁਐਸਚਨ ਆਉਣ ਜਾ ਰਿਹਾ ਹੈ। ਟੋਟਲ ਇਸ ਚੈਪਟਰ ਦੇ ਵਿੱਚੋਂ 3 ਨੰਬਰ ਦਾ ਕੁਐਸਚਨ ਆਉਣ ਜਾ ਰਿਹਾ ਹੈ। ਇਕਨੋਮਿਕਸ ਦੇ ਵਿੱਚ ਟੋਟਲ 7 ਨੰਬਰਾਂ ਦਾ ਜੋ ਕਿ ਹੈ ਪੇਪਰ ਆਏਗਾ। ਸੋ 7 ਨੰਬਰ ਬਹੁਤ ਹੀ ਜ਼ਰੂਰੀ ਹੁੰਦੇ ਹਨ। ਤੇ ਚਲੋ ਹੁਣ ਅਸੀਂ ਅੱਗੇ ਇਕਨੋਮਿਕਸ ਵੱਲ ਪੜ੍ਹਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਚੈਪਟਰ ਨੰਬਰ ਪਹਿਲਾ ਜੋ ਕਿ ਹੈ ਪੇਪਰ ਵਿੱਚ ਆ ਰਿਹਾ ਹੈ ਐਗਰੀਕਲਚਰ ਡਿਵੈਲਪਮੈਂਟ ਇਨ ਇੰਡੀਆ। ਸੋ ਇਸ ਦੇ ਵਿੱਚੋਂ ਇੱਕ ਕੁਐਸਚਨ ਆਏਗਾ 4 ਨੰਬਰ ਦਾ। ਸੋ ਸਭ ਤੋਂ ਪਹਿਲਾਂ ਸਾਨੂੰ ਦਿੱਤੇ ਗਏ ਹਨ 1 ਵਰਡ ਔਰ 1 ਲਾਈਨ ਕੁਐਸਚਨਸ। ਇਹ ਤੁਸੀਂ ਦੇਖ ਸਕਦੇ ਹੋ, ਪੜ੍ਹ ਸਕਦੇ ਹੋ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਕੁਐਸਚਨਸ ਹੁੰਦੇ ਹਨ। ਇਹ ਤੁਸੀਂ ਵੀਡੀਓ ਪਾਊਜ਼ ਕਰਕੇ ਦੇਖ ਸਕਦੇ ਹੋ। ਅਤੇ ਫਿਰ ਅਸੀਂ ਹੁਣ ਅੱਗੇ ਵੱਧਦੇ ਹਾਂ। ਨੈਕਸਟ ਆਪਾਂ 4 ਨੰਬਰ ਦੇ ਸਿਰਫ ਲੌਂਗ ਕੁਐਸਚਨ ਆਨਸਰ ਜੋ ਕਿ ਹੈ ਉਹ ਹੁਣ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਸੋ ਚਲਿਏ ਸ਼ੁਰੂ ਕਰਦੇ। ਸੋ ਆਪਣੇ ਕੋਲ ਸ਼ੋਰਟ ਆਨਸਰ ਟਾਈਪ ਕੁਐਸਚਨਸ ਅੱਗੇ ਆ ਗਏ ਹਨ। ਇਹ ਵੀ ਬਹੁਤ ਜ਼ਰੂਰੀ ਕੁਐਸਚਨਸ ਹੁੰਦੇ ਹਨ। ਕੁਐਸਚਨ ਨੰਬਰ 1 ਹੈ ਐਗਰੀਕਲਚਰ ਇਜ਼ ਮੇਨ ਸੋਰਸ ਆਫ ਇੰਪਲੋਇਮੈਂਟ ਇਨ ਇੰਡੀਆ, ਰਾਈਟ ਅ ਸ਼ੋਰਟ ਨੋਟ ਔਨ ਇਟ। ਸੋ ਇਹ ਹੈ ਆਨਸਰ ਇਸ ਦਾ ਹੈ ਅ ਬਿਗ ਪਾਰਟ ਆਫ ਆਵਰ ਟੋਟਲ ਲੇਬਰ force is engaged in agriculture in 2011 and 12. 48.9% of India working population was engaged in agriculture. In other countries and like in England only 2% and in America only 2% of the working population is engaged in agriculture. It indicates towards their economic development. So ਅਸੀਂ ਅੱਗੇ ਨੈਕਸਟ ਵੱਧਦੇ ਹਾਂ। ਨੈਕਸਟ ਆਪਣੇ ਕੋਲ ਚੈਪਟਰ ਨੰਬਰ ਹੈਗਾ ਹੈ ਆਪਣਾ ਕੁਐਸਚਨ ਨੰਬਰ ਹੈ ਸੈਕਿੰਡ ਕੁਐਸਚਨ ਦੇ ਵਿੱਚ ਸਾਨੂੰ ਪੁੱਛਦੇ ਹਨ ਰਾਈਟ ਅਬਾਊਟ ਦਾ ਕੰਟਰੀਬਿਊਸ਼ਨ ਆਫ ਦਾ ਗਵਰਨਮੈਂਟ ਇਨ ਦਾ ਪ੍ਰੋਡਕਟਿਵਿਟੀ ਆਫ ਇੰਡੀਅਨ ਐਗਰੀਕਲਚਰ। ਸੋ ਇਸ ਦਾ ਅਸੀਂ ਆਨਸਰ ਦੇਖਦੇ ਹਾਂ। ਆਨਸਰ ਹੈ ਦਾ ਫੋਲੋਇੰਗ ਸਟੈਪਸ ਹੈਵ been taken by the government to raise the agricultural productivity in India. So it's the first है land reform, second है increase in irrigation facility, third है agriculture research and development, fourth है improvement in agriculture marketing, and fifth is increase in credit facilities एक्सेट्रा। क्वेश्चन नंबर 3 अपने को नेक्स्ट आ जा रहा है। ये बहुत ही इंपॉर्टेंट क्वेश्चन हो जा रहा है क्योंकि ये बहुत बार एग्जाम च आ चुका है। तो ਹੁਣ ਅਸੀਂ ਦੇਖਦੇ ਹਾਂ ਕੁਐਸਚਨ ਨੰਬਰ 3 ਡਿਸਕਰਾਈਬ ਦਾ ਇੰਪੋਰਟੈਂਸ ਆਫ ਐਗਰੀਕਲਚਰ ਇਨ ਇੰਡੀਆ। ਕਹਿੰਦੇ ਹਨ ਕਿ ਐਗਰੀਕਲਚਰ ਦੀ ਇੰਪੋਰਟੈਂਸ ਦੱਸੋ ਇੰਡੀਆ ਦੇ ਵਿੱਚ। ਸੋ ਇਸ ਦਾ ਆਨਸਰ ਹੈ ਕੰਟਰੀਬਿਊਸ਼ਨ ਟੂ ਨੈਸ਼ਨਲ ਇਨਕਮ। ਇਹ ਜੋ ਕਿ ਸਾਡੀ ਨੈਸ਼ਨਲ ਇਨਕਮ ਹੈ ਉਸ ਵਿੱਚ ਇਹਦਾ ਬਹੁਤ ਹੀ ਵੱਡਾ ਸਹਿਯੋਗ ਹੁੰਦਾ ਹੈ। ਸੋ ਅੱਗੇ ਐਗਰੀਕਲਚਰ ਗਿਵਸ ਐਨ ਇੰਪੋਰਟੈਂਟ ਕੰਟਰੀਬਿਊਸ਼ਨ ਟੂ ਦਾ ਨੈਸ਼ਨਲ ਇਨਕਮ ਡਿਊਰਿੰਗ 1950-51 59% of total domestic production was produced in agriculture. Agriculture has been basis of the Indian economy. At present agriculture contributes about 17.4% to the ਨੈਸ਼ਨਲ ਇਨਕਮ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ। ਇਹ ਸਾਨੂੰ ਯਾਦ ਜ਼ਰੂਰ ਹੋਣਾ ਚਾਹੀਦਾ ਹੈ। ਅੱਗੇ ਸੈਕਿੰਡ ਪੁਆਇੰਟ ਹੈ ਸੋਰਸ ਆਫ ਇੰਪਲੋਇਮੈਂਟ। ਇੱਕ ਇੰਪਲੋਇਮੈਂਟ ਦਾ ਜੋ ਕਿ ਹੈ ਸੋਰਸ ਹੈ। ਅ ਬਿਗ ਪਾਰਟ ਆਫ ਆਵਰ ਟੋਟਲ ਲੇਬਰ power is engaged in the agriculture according to the 1991 census. According to 1991 census 65.5% GS 65
65.5% of total working population was engaged in agriculture in 2014-15. 48.9% are directly engaged in this chapter, in this sector. So third है अपने को है point helpful for industrial development. Agriculture development contributes to the industrial development too. Agriculture provides raw material to many other fields. सो अपने को नेक्स्ट फोर्थ पॉइंट आ गया है हेल्पफुल इन इंटरनल एंड एक्सटर्नल ट्रेड. एग्रीकल्चर गुड्स आर यूज्ड इन इंटरनल एंड एक्सटर्नल ट्रेड. कॉटन, जूट, टी, फूड ग्रेन्स, tobacco, jaggery are the major part of the internal trade. Agriculture goods are exported to. सो अपने को नेक्स्ट अगे फोर्थ क्वेश्चन है how has green revolution helped in solving the Indian food problem? So following are the main reasons. So first reason is income increase in production. As a result of the green revolution, production of many crops has increased rapidly from 1967 to 1968 onwards. Second point is the reduction in imports of the food grains. As a result of the green revolution, imports of the food grain have considerably fallen down in India. So third point is the increase in trade. Because of the green revolution, agriculture production has increased. It has increased market surplus of agro products, which in turn has expanded domestic and foreign trade. New surplus agriculture products are even exported. सो नैक्सट अपने को है जी लॉन्ग आंसर टाइप क्वेश्चन. सो अपने को फर्स्ट क्वेश्चन है राइट द मेन एलिमेंट्स ऑफ सक्सैस ऑफ ग्रीन रेवोल्यूशन. ये बहुत ही जो कि है अपने इंपोर्टेंट क्वेश्चन है. ये क्वेश्चन जो कि है 4 नंबरों के विच आ सकता है. तुसी देख सकते हो कि पिछली बार किन्ने जो कि है पेपरों में आ चुका है. जे तुहानू हुण तक की वीडियो चंगी लग रही होवे वीडियो ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਜੋ ਕਿ ਵੱਧ ਤੋਂ ਵੱਧ ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚ ਰਹੀ ਹੋਵੇ. ਸੋ ਅੱਗੇ क्वेश्चन पढ़ते हैं राइट द मेन एलिमेंट्स ऑफ सक्सेस ऑफ ग्रीन रेवोल्यूशन. सो आंसर है देयर आर वेरियस फैक्टर रिस्पॉन्सिबल फॉर ग्रीन रेवोल्यूशन इन इंडिया. द इम्पोर्टेंट अमंग दैम आर वंडर सीड्स. Agricultural revolution is primarily due to the miracle of the new wonder seeds which have been raised agricultural yields as acre to incredibly heights. The second point is the chemical fertilizers. The increasing use of the chemical fertilizers has played a key role in the breakthrough. Fertilizer consumption increased from a mere 2.92 lakh tons in 1960-61 to 34.1 lakh ton in 2014-15 and more spectacularly to 255.76 lakh tons in 2012 and 13. So अपने को नेक्स्ट थर्ड पॉइंट है मल्टीपल क्रॉपिंग. So multiple cropping. Thanks to the new seeds maturing the early, it has become possible to obtain 3 even 4 crops instead of 2 from the same field in a year. So ਅੱਗੇ ਅਸੀਂ ਨੈਕਸਟ ਦੇਖਦੇ ਹਾਂ. फोर्थ पॉइंट आ ਰਿਹਾ ਹੈ ਸਾਡੇ ਕੋਲ modern equipment and machinery. Modern machinery and implements like tractor, harvester, pumping sets, tubewells, etc. are being increased used and are replacing the bullocks wherever possible. सो ये जो कि है साढ़े को 4 पॉइंट है, बहुत ही मेन पॉइंट ने, बहुत ही इंपोर्टेंट क्वेश्चन है. ये क्वेश्चन जो कि है वो ਜ਼ਰੂਰ ਆ ਸਕਦਾ ਹੈ. ਅੱਗੇ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਇਕਨੋਮਿਕਸ ਦੇ ਚੈਪਟਰ ਨੰਬਰ 2 ਯਾਨੀ ਕਿ ਬੁੱਕ ਦੇ ਵਿੱਚ ਚੈਪਟਰ ਨੰਬਰ 4 ਦੇ ਵਿੱਚ. ਅਤੇ ਜੀ ਆਪਣੇ ਕੋਲ ਅੱਗੇ ਨੈਕਸਟ ਆ ਗਏ ਹਨ 1 ਵਰਡ ਔਰ 1 ਲਾਈਨ ਕੁਐਸਚਨ ਇਸ ਚੈਪਟਰ ਦੇ. ਅਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਚੈਪਟਰ ਦੇ ਵਿੱਚੋਂ 1 ਨੰਬਰ ਵਾਲਾ ਇੱਕ ਕੁਐਸਚਨ ਆਉਣ ਜਾ ਰਿਹਾ ਅਤੇ 2 ਨੰਬਰ ਵਾਲਾ ਇੱਕ ਕੁਐਸਚਨ ਜੋ ਕਿ ਹੈ ਆਉਣ ਜਾ ਰਿਹਾ. ਸੋ ਇਸ ਦੇ ਸਾਨੂੰ 1 ਵਰਡ ਔਰ 1 ਲਾਈਨ ਵਾਲੇ ਕੁਐਸਚਨ ਪੜ੍ਹਨੇ ਜ਼ਰੂਰੀ ਹਨ. ਸੋ ਇਸ ਨੂੰ ਅੱਗੇ ਪੜ੍ਹਦੇ ਹਾਂ.
ਸੋ ਕੁਐਸਚਨ ਨੰਬਰ ਫਸਟ ਜੋ ਕਿ ਹੈ ਆਪਣੀ ਸਕਰੀਨ ਤੇ ਉੱਤੇ ਆ ਰਿਹਾ ਹੈ, ਗਿਵ ਐਨੀ ਵਨ ਐਗਜ਼ਾਮਪਲ ਆਫ ਬੇਸਿਕ ਇੰਡਸਟਰੀ। ਆਂਸਰ ਹੈ ਕੈਮੀਕਲ ਇੰਡਸਟਰੀ। ਸੈਕਿੰਡ ਕੁਐਸਚਨ ਹੈ, ਵਾਟ ਇਜ਼ ਦਾ ਇਨਵੈਸਟਮੈਂਟ ਲਿਮਿਟ ਇਨ ਸਮਾਲ ਸਕੇਲ ਇੰਡਸਟਰੀ, ਜੋ ਕਿ ਹੈ ਸਮਾਲ ਸਕੇਲ ਇੰਡਸਟਰੀ 'ਚ ਵੱਧ ਤੋਂ ਵੱਧ ਕਿੰਨੀ ਅਸੀਂ ਇਨਵੈਸਟਮੈਂਟ ਜੋ ਕਿ ਹੈ ਉਹ ਕਰ ਸਕਦੇ ਹਾਂ। ਆਂਸਰ ਹੈ 3 ਕਰੋੜਸ। ਕੁਐਸਚਨ ਨੰਬਰ ਥਰਡ ਹੈ, ਸਟੇਟ ਟੂ ਡਿਫੀਕਲਟੀਜ਼ ਆਫ ਸਮਾਲ ਸਕੇਲ ਇੰਡਸਟਰੀਜ਼। ਸੋ ਇਸ ਦਾ ਆਂਸਰ ਹੈ ਪ੍ਰੋਬਲਮ ਆਫ ਫਾਈਨਾਂਸ ਤੇ ਪ੍ਰੋਬਲਮ ਆਫ ਰਾ ਮਟੀਰੀਅਲਸ। ਕੁਐਸਚਨ ਨੰਬਰ ਫੋਰਥ, ਸਟੇਟ ਵਨ ਐਡਵਾਂਟੇਜਿਸ ਆਫ ਸਮਾਲ ਸਕੇਲ ਇੰਡਸਟਰੀਜ਼। ਸੋ ਇਸ ਦਾ ਆਂਸਰ ਹੈ ਰੈਪਿਡ ਇਨਕਰੀਜ਼ ਇਨ ਪ੍ਰੋਡਕਸ਼ਨ। ਫਿਫਥ ਕੁਐਸਚਨ ਹੈ, ਸਟੇਟ ਵਨ ਐਡਵਾਂਟੇਜਿਸ ਆਫ ਬਿਗ ਇੰਡਸਟਰੀ। ਸੋ ਇਸ ਦਾ ਆਂਸਰ ਹੈ ਪ੍ਰੋਡਕਸ਼ਨ ਆਫ ਦਾ ਕੈਪੀਟਲਿਸਟ ਐਂਡ ਬੇਸਿਕ ਗੁਡਸ। ਕੁਐਸਚਨ ਨੰਬਰ ਆਪਣੇ ਕੋਲ ਸਿਕਸਥ ਹੈ, what are the main reasons responsible for the slow progress of industrialization। ਸੋ ਇਸ ਦਾ ਆਪਣੇ ਕੋਲ ਆਂਸਰ ਆ ਗਿਆ ਹੈ ਸੋ ਇਸ ਦਾ ਆਂਸਰ ਹੈ ਸਕੈਰਸਿਟੀ ਆਫ ਕੈਪੀਟਲ। ਸੋ ਨੈਕਸਟ ਆਪਾਂ ਆਪਣਾ 7th ਕੁਐਸਚਨ ਚੈੱਕ ਕਰਦੇ ਹਾਂ। 7th ਕੁਐਸਚਨ ਦੇ ਵਿੱਚ ਸਾਨੂੰ ਪੁੱਛਦੇ ਹਨ, ਹਾਊ ਮਚ ਸ਼ੇਅਰ ਆਫ ਦਾ ਇੰਡਸਟਰੀਜ਼ ਪ੍ਰੋਡਕਸ਼ਨ ਇਨ GDP। ਇੰਡਸਟਰੀਜ਼ ਦੀ ਕਿੰਨੀ ਮਤਲਬ ਕਿ GDP ਹੈ। ਸੋ ਇਸ ਦਾ ਅੱਗੇ ਆਂਸਰ ਹੈ ਅਬਾਊਟ 26.1%। ਕੁਐਸਚਨ ਨੰਬਰ 8 ਸਾਡੇ ਕੋਲ ਪੁੱਛਦੇ ਹਨ, ਵਾਟ ਇਜ਼ ਮੈਂਟ ਬਾਏ ਦਾ ਇੰਡਸਟਰੀਲਾਈਜੇਸ਼ਨ। ਇਸ ਦਾ ਆਂਸਰ ਹੈ ਇਟ ਮੀਨਸ ਆਲ ਅਰਾਊਂਡ ਇੰਡਸਟਰੀਅਲ ਡਿਵੈਲਪਮੈਂਟ ਆਫ ਆ ਕੰਟਰੀ। ਸੋ ਕੁਐਸਚਨ ਨੰਬਰ ਆਪਣੇ ਕੋਲ 9th ਹੈ, ਗਿਵ ਐਨੀ ਵਨ ਰੀਜ਼ਨ ਐਜ਼ ਟੂ ਵਾਈ ਸਮਾਲ ਇੰਡਸਟਰੀਜ਼ ਸ਼ੁੱਡ ਬੀ ਗਿਵਨ ਸਪੈਸ਼ਲ ਟਰੀਟਮੈਂਟ। ਇਸ ਦਾ ਆਪਣੇ ਕੋਲ ਜੋ ਕਿ ਹੈ ਆਂਸਰ ਹੈ ਇੰਪਲੋਇਮੈਂਟ ਔਰ ਇਕੁਅਲ ਡਿਸਟਰੀਬਿਊਸ਼ਨ ਆਫ ਇਨਕਮ। ਕੁਐਸਚਨ ਨੰਬਰ 10th ਹੈ, ਵੈਨ ਵਾਜ਼ ਦਾ ਨਿਊ ਇੰਡਸਟਰੀਅਲ ਪੋਲਿਸੀ ਅਪਲਾਈਡ। ਇਹ ਕੁਐਸਚਨ ਦਾ ਆਂਸਰ ਹੈ 1991। ਇਹ ਕੁਐਸਚਨ ਇੰਪੋਰਟੈਂਟ ਹੈ, ਇਸ ਨੂੰ ਤੁਸੀਂ ਜੋ ਕਿ ਹੈ ਯਾਦ ਜ਼ਰੂਰ ਰੱਖਣਾ ਹੈ। ਅੱਗੇ ਆਪਣੇ ਕੋਲ 11th ਕੁਐਸਚਨ ਹੈ, ਨੇਮ ਐਨੀ ਟੂ ਇੰਡਸਟਰੀਅਲਸ ਪੋਲਿਸੀਜ਼। ਸੋ ਫਸਟ ਪੋਲਿਸੀ ਇਜ਼ ਇੰਡਸਟਰੀਅਲ ਪੋਲਿਸੀ ਆਫ 1948 ਐਂਡ ਸੈਕਿੰਡ ਇਜ਼ ਇੰਡਸਟਰੀਅਲ ਪੋਲਿਸੀ ਆਫ 1956। ਸੋ ਆਪਣੇ ਕੋਲ ਅੱਗੇ 12th ਕੁਐਸਚਨ ਆ ਚੁੱਕਾ ਹੈ ਤੇ ਇਨ 1956 ਇੰਡਸਟਰੀਅਲ ਪੋਲਿਸੀ ਰੈਜ਼ੋਲਿਊਸ਼ਨ, ਹਾਊ ਮੈਨੀ ਇੰਡਸਟਰੀਜ਼ ਵਰ ਰਿਜ਼ਰਵਡ ਫॉर ਪਬਲਿਕ ਸੈਕਟਰ। ਸੋ ਇਸ ਦਾ ਆਂਸਰ ਹੈ 17 ਇੰਡਸਟਰੀਜ਼। ਸੋ ਆਪਣੇ ਕੋਲ 13th ਕੁਐਸਚਨ ਆ ਗਿਆ ਹੈ, ਗਿਵ ਦਾ ਨੇਮ ਆਫ ਐਨੀ ਬਿਗ ਇੰਡਸਟਰੀ ਇਨ ਇੰਡੀਆ। ਇਸ ਦਾ ਆਂਸਰ ਹੈ ਟੈਕਸਟਾਈਲ ਇੰਡਸਟਰੀ। ਕੁਐਸਚਨ ਨੰਬਰ 14th ਹੈ, ਰਾਈਟ ਐਨੀ ਵਨ ਪ੍ਰੋਬਲਮ ਆਫ ਬਿਗ ਇੰਡਸਟਰੀਜ਼ ਇਨ ਇੰਡੀਆ। ਸੋ ਇਸ ਦਾ ਆਂਸਰ ਹੈ ਇੰਡਸਟਰੀਅਲਸ ਅਨਰੈਸਟ। ਸੋ ਆਪਾਂ ਆਪਣੇ ਨੈਕਸਟ ਕੁਐਸਚਨਸ ਵੱਲ ਜੋ ਕਿ ਨਿਗਾਹ ਮਾਰਦੇ ਹਨ। ਇਹ ਸਾਰੇ ਕੁਐਸਚਨਸ ਜੋ ਕਿ ਹੈ ਇੰਪੋਰਟੈਂਟ ਹਨ, ਇਹਨਾਂ ਵਿੱਚ ਕੋਈ ਨਾ ਕੋਈ ਕੁਐਸਚਨ ਜੋ ਕਿ ਹੈ ਉਹ ਜ਼ਰੂਰ ਪੇਪਰ ਵਿੱਚ ਆ ਸਕਦਾ ਹੈ। ਸਾਰੇ ਕੁਐਸਚਨ ਤੁਸੀਂ ਜੇ ਜ਼ਰੂਰ ਪੜ੍ਹਨੇ ਹੈ। ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਹਾਨੂੰ ਚੰਗੀ ਲੱਗਦੀ ਹੈ। ਅਤੇ ਕੁਐਸਚਨ ਨੰਬਰ 15th, ਵਾਟ ਇਜ਼ ਦਾ ਮੇਨ ਫੀਚਰ ਆਫ ਇੰਡਸਟਰੀਲਾਈਜੇਸ਼ਨ। ਕੈਪੀਟਲ ਇਜ਼ ਵਾਈਡਲੀ ਯੂਜ਼ਡ, ਜੋ ਕਿ ਹੈ। ਸੋ ਆਪਣੇ ਕੋਲ 16th ਕੁਐਸਚਨ ਹੈ, ਵਾਟ ਇਜ਼ ਦਾ ਫੀਚਰ ਆਫ ਨਿਊ ਇੰਡਸਟਰੀਅਲ ਪੋਲਿਸੀ। ਸੋ ਇਸ ਦਾ ਆਂਸਰ ਹੈ ਕੰਟਰੈਕਸ਼ਨ ਆਫ ਪਬਲਿਕ ਸੈਕਟਰ। ਸੋ ਆਪਣੇ ਕੋਲ ਕੁਐਸਚਨ ਨੰਬਰ 17 ਹੈ, ਐਕਸਪਲੇਨ ਦਾ ਇੱਕ concept of increase in industrial productivity during the 5-year plan। ਸੋ ਇਸ ਦਾ ਆਪਣੇ ਕੋਲ ਆਂਸਰ ਅੱਗੇ ਦਿੱਤਾ ਜਾਂਦਾ ਹੈ, there has been considerable growth of industrial production in the country under the 5-year plans। ਸੋ ਕੁਐਸਚਨ ਨੰਬਰ ਆਪਣੇ ਕੋਲ 18th ਹੈ, what is meant by the industrialization। ਇਸ ਦਾ ਆਂਸਰ ਹੈ by the industrialization is meant complete development of production units of country। ਸੋ ਆਪਣੇ ਕੋਲ ਨੈਕਸਟ ਕੁਐਸਚਨ ਹੈ, ਕੁਐਸਚਨ ਨੰਬਰ 19th, define joint sector। joint sector undertaking a jointly owned by the government and the ਪ੍ਰਾਈਵੇਟ ਸੈਕਟਰ। ਇਸ ਨੂੰ ਜੋ ਕਿ ਪ੍ਰਾਈਵੇਟ ਸੈਕਟਰ ਅਤੇ ਗੌਰਮੈਂਟ ਸੈਕਟਰ ਜੋ ਕਿ ਹੈ ਉਹ ਦੋਨੇ ਚਲਾਉਂਦੇ ਹਨ। ਸੋ ਨੈਕਸਟ ਆਪਣੇ ਕੋਲ ਫਿਲਿੰਗ ਦਾ ਬਲੈਂਕਸ ਹੈ। ਫਿਲਿੰਗ ਦੇ ਬਲੈਂਕਸ ਦੇ ਨਾਲ ਸਾਨੂੰ ਇੱਥੇ ਜੋ ਕਿ ਹੈ ਆਂਸਰ ਵੀ ਦਿੱਤੇ ਗਏ ਹਨ। ਚਲੋ ਛੇਤੀ ਛੇਤੀ ਆਪਾਂ ਜੋ ਕਿ ਹੈ ਫਿਲਿੰਗ ਦਾ ਬਲੈਂਕਸ ਪੜ੍ਹਦੇ ਹਾਂ। ਫਸਟ ਹੈ, ਡੈਸ਼ ਇਜ਼ ਐਗਜ਼ਾਮਪਲ ਆਫ ਬੇਸਿਕ ਇੰਡਸਟਰੀ। ਸੋ ਇਸ ਦਾ ਆਂਸਰ ਹੈ ਕੈਮੀਕਲ ਇੰਡਸਟਰੀ। ਸੋ ਸੈਕਿੰਡ ਫਿਲ ਇਨ ਦਾ ਬਲੈਂਕ ਹੈ, ਦਾ ਨਿਊ ਇੰਡਸਟਰੀ ਪੋਲਿਸੀ ਵਾਜ਼ ਇਸਟੈਬਲਿਸ਼ਡ ਇਨ 1991 year। ਥਰਡ ਕੁਐਸਚਨ ਹੈ, ਡੈਸ਼ ਸੈਕਟਰ ਅੰਡਰਟੇਕਿੰਗ ਆਰ ਓਨਡ ਬਾਏ ਪ੍ਰਾਈਵੇਟ ਸੈਕਟਰ। ਅਤੇ ਇਸ ਦਾ ਆਂਸਰ ਹੈ ਪ੍ਰਾਈਵੇਟ ਸੈਕਟਰ। ਡੈਸ਼ ਫੋਰਥ ਹੈ,
dash sector undertaking are jointly owned by the government and private sector। ਸੋ ਇਸ ਦਾ ਹੈ ਜੁਆਇੰਟ, ਜੋ ਕਿ ਪ੍ਰਾਈਵੇਟ ਅਤੇ ਗੌਰਮੈਂਟ ਦੋਨੇ ਰਲ ਕੇ ਚਲਾਉਂਦੇ ਹਨ, ਉਸ ਨੂੰ ਜੁਆਇੰਟ ਸੈਕਟਰ ਕਹਿੰਦੇ ਹਨ। ਸੋ ਫਿਫਥ ਹੈ ਡੈਸ਼ ਇੰਡਸਟਰੀਜ਼ ਆਰ ਦੋਸ which have an investment of 3 crore in fixed capital is small scale industries। ICICI was established in 1955। ਸੋ ਇਹ ਸਨ ਸਾਡੇ ਕੋਲ ਫਿਲਿਪਸ। ਨੈਕਸਟ ਆਪਣੇ ਕੋਲ ਹੈਗੇ ਆ ਮਲਟੀਪਲ ਚੁਆਇਸ ਕੁਐਸ਼ਚਨਸ। ਇਹ ਬਹੁਤ ਹੀ ਈਜ਼ੀ ਕੁਐਸ਼ਚਨਸ ਹਨ। ਇਹ ਕੁਐਸ਼ਚਨਸ ਜੋ ਕਿ ਹੈ 1 ਨੰਬਰ ਦੇ ਵਿੱਚ ਸਾਡੇ ਕੋਲ ਆ ਸਕਦੇ ਹਨ, ਇਹ ਅਸੀਂ ਜ਼ਰੂਰ ਪੜ੍ਹਨੇ ਹਨ। ਨੈਕਸਟ ਆਪਣੇ ਕੋਲ ਆ ਚੁੱਕੇ ਹਨ ਵੀ ਸ਼ੋਰਟ ਆਨਸਰ ਟਾਈਪ ਕੁਐਸ਼ਚਨਸ, ਅਤੇ ਇਹ ਵੀ ਬਹੁਤ ਜ਼ਰੂਰੀ ਹਨ ਕਿਉਂਕਿ ਸਾਨੂੰ 2 ਨੰਬਰ ਦਾ ਵੀ ਇਸ ਚੈਪਟਰ ਵਿੱਚ ਕੁਐਸ਼ਚਨ ਆਏਗਾ, ਟੋਟਲ 3 ਨੰਬਰ ਦਾ ਇਸ ਚੈਪਟਰ ਵਿੱਚ ਪੇਪਰ ਆਏਗਾ। ਸੋ ਇਸ ਦਾ ਅਸੀਂ ਜੋ ਕਿ ਹੈ ਉਹ ਪਹਿਲਾ ਕੁਐਸ਼ਚਨ ਦੇਖਦੇ ਹਾਂ। ਪਹਿਲਾ ਕੁਐਸ਼ਚਨ ਹੈ ਗਿਵ ਐਨੀ 3 ਐਗਜ਼ਾਮਪਲ ਆਫ ਬੇਸਿਕ ਇੰਡਸਟਰੀ। ਬੇਸਿਕ ਇੰਡਸਟਰੀ ਦੀਆਂ ਕੋਈ 3 ਉਦਾਹਰਨਾਂ ਦਿਓ। ਬੇਸਿਕ ਇੰਡਸਟਰੀ ਆਰ those industry which provide necessary inputs to agriculture and industries। Iron and steel, chemical, fertilizers, aluminium and electricity are the examples of basic industry। ਸੋ ਆਪਣੇ ਕੋਲ ਸੈਕਿੰਡ ਕੁਐਸ਼ਨ ਹੈ what is meant by the cottage and small scale industries। cottage industries are those industries which are usually run partially or completely in one's house with the help of family members। On the other hand, all those industries units having fixed capital investment up to 3 crore are known as small scale industries। ਇਹ ਕੁਐਸ਼ਨ ਇੰਪੋਰਟੈਂਟ ਹੈ, ਇਸ ਨੂੰ ਅਸੀਂ ਜੋ ਕਿ ਹੈ ਉਹ ਯਾਦ ਜ਼ਰੂਰ ਕਰ ਲੈਣਾ। ਅੱਗੇ ਥਰਡ ਕੁਐਸ਼ਨ ਅਤੇ ਫੋਰਥ ਕੁਐਸ਼ਨ ਵੱਲ ਅਸੀਂ ਨਿਗਾਹ ਮਾਰਦੇ ਹਾਂ। ਥਰਡ ਕੁਐਸ਼ਨ ਹੈ ਸਟੇਟ ਦਾ ਡਿਫੀਕਲਟੀਜ਼ ਆਫ ਸਮਾਲ ਸਕੇਲ ਇੰਡਸਟਰੀਜ਼। ਸੋ ਫਸਟ ਹੈ ਪ੍ਰੋਬਲਮ ਆਫ ਰਾ ਮਟੀਰੀਅਲ ਐਂਡ ਐਨਰਜੀ, problem of finance, old methods of production, competition with large industries, problem of adequate selling facilities, limited market of produced goods। ਸੋ ਆਪਣੇ ਕੋਲ ਨੈਕਸਟ ਫੋਰਥ ਕੁਐਸ਼ਨ ਹੈ। ਫੋਰਥ ਕੁਐਸ਼ਨ ਥੋੜ੍ਹਾ ਲੈਂਥੀ ਹੈ, ਚਲੋ ਇਸ ਵਾਰ ਵੀ ਅਸੀਂ ਦੇਖਦੇ ਹਾਂ। ਫੋਰਥ ਕੁਐਸ਼ਨ ਵਿੱਚ ਸਾਨੂੰ ਉਹ ਪੁੱਛਦੇ ਹਨ ਕਿ explain the reasons behind the need for rapid and balanced industrialization in India। ਸੋ ਇਸ ਦੇ ਜੋ ਕਿ ਰੀਜ਼ਨਸ ਹਨ, ਫਸਟ ਹੈ ਇਨਕਰੀਜ਼ ਇਨ ਨੈਸ਼ਨਲ ਇਨਕਮ, ਡਿਵੈਲਪਮੈਂਟ ਆਫ ਦਾ ਇੰਡਸਟਰੀਜ਼ ਲੀਡਸ ਟੂ ਦਾ ਇਨਕਰੀਜ਼ ਇਨ ਦਾ ਨੈਸ਼ਨਲ ਇਨਕਮ। ਹਿਸਟਰੀ ਵਾਜ਼ ਵਿਟਨੈਸਿਸ ਦਾ ਫੈਕਟ ਆਫ ਦਾ development of the industries has broken the chains of the poverty by increasing the income of the country। ਸੋ ਆਪਣੇ ਕੋਲ ਨੈਕਸਟ ਸੈਕਿੰਡ ਪੁਆਇੰਟ ਹੈ ਕੈਪੀਟਲ ਫੋਰਮੇਸ਼ਨ, ਇਸ ਜੋ ਕਿ ਅਸੀਂ ਪੜ੍ਹ ਲੈਣਾ ਹੈ। ਅੱਗੇ ਹੈ ਥਰਡ ਪੁਆਇੰਟ ਲੈਸ ਪ੍ਰੈਸ਼ਰ ਆਫ ਪੋਪੂਲੇਸ਼ਨ ਆਫ ਲੈਂਡ। ਫੋਰਥ ਹੈ ਐਗਰੀਕਲਚਰ ਡਿਵੈਲਪਮੈਂਟ। ਇਹ ਜੋ ਕਿ ਹੈ 2 ਨੰਬਰ ਦੇ ਵਿੱਚ ਕੁਐਸ਼ਨ ਆ ਸਕਦਾ ਹੈ। ਨੈਕਸਟ ਚਲੋ ਅਸੀਂ ਦੇਖਦੇ ਹਾਂ ਫਿਫਥ ਕੁਐਸ਼ਨ ਤੋਂ। ਫਿਫਥ ਕੁਐਸ਼ਨ ਹੈ what are small scale and cottage industry in India, what are their problems। ਉਹਨਾਂ ਦੀਆਂ ਕੀ ਪ੍ਰੋਬਲਮਸ ਸਨ। ਸੋ ਨੈਕਸਟ ਅਸੀਂ ਚੈੱਕ ਕਰਦੇ ਹਾਂ ਇਸ ਦਾ ਆਨਸਰ। ਸੋ ਇਸ ਦਾ ਆਨਸਰ ਹੈ ਦ ਕੋਟੇਜ ਇੰਡਸਟਰੀ ਇਜ਼ ਕੈਰੀਡ ਬਾਈ ਦਾ ਫੈਮਿਲੀ, ਜੋ ਕਿ ਅਸੀਂ ਉੱਤੇ ਆਨਸਰ 'ਚ ਪੜ੍ਹ ਕੇ ਆਏ ਹਾਂ। ਸੋ ਇਸ ਦੇ ਅੱਗੇ ਪ੍ਰੋਬਲਮਸ ਹਨ, ਪ੍ਰੋਬਲਮਸ ਆਫ ਸਮਾਲ ਸਕੇਲ ਐਂਡ ਕੋਟੇਜ ਇੰਡਸਟਰੀਜ਼। ਪ੍ਰੋਬਲਮ ਆਫ ਰਾ ਮਟੀਰੀਅਲ and energy, the small scale industry and the cottage industries face the poor problem of the inadequate supply of raw materials also available in the raw material is poor in quality and high priced। problem of capital in India, the small scale and the cottage industries are not able to receive adequate finance। These industries have to depend upon the local financiers who charge a high rate of trust। Next third point है old methods of production, mostly old methods of productions are adopted in these industries due to which these industries have low productivity with the high per unit cost। ਸੋ ਅਸੀਂ ਨੈਕਸਟ ਕੁਐਸ਼ਨ ਸਿਕਸਥ ਕੁਐਸ਼ਨ ਨਾਲ ਦੇਖਦੇ ਹਾਂ। ਸਿਕਸਥ ਕੁਐਸ਼ਨ ਵਿੱਚ ਸਾਨੂੰ ਪੁੱਛਦੇ ਹਨ what is the importance of small scale and cottage industry in India।
ਸੋ ਇਸ ਦੇ ਕੀ ਮਤਲਬ ਕੀ ਇੰਪੋਰਟੈਂਸ ਹੈ। ਸੋ ਇਸ ਦੇ ਵਿੱਚ ਜੋ ਕਿ ਆਨਸਰ ਵਿੱਚ ਲਿਖ ਸਕਦੇ ਹਾਂ ਆਪਾਂ, ਮੋਰ ਇੰਪਲੋਇਮੈਂਟ, ਰੈਪਿਡ ਇਨਕਰੀਜ਼ ਇਨ ਪ੍ਰੋਡਕਸ਼ਨ, ਡਿਵੈਲਪਮੈਂਟ ਆਫ ਵਿਲੇजेस ਐਂਡ ਇਕੁਅਲ ਡਿਸਟਰੀਬਿਊਸ਼ਨ ਆਫ ਵੈਲਥ। ਸੋ ਨੈਕਸਟ ਆਪਣੇ ਕੋਲ ਆ ਗਏ ਹਨ ਲੌਂਗ ਆਨਸਰ ਟਾਈਪ ਕੁਐਸਚਨਸ। ਸੋ ਇਹ ਕੁਐਸਚਨਸ ਜੋ ਕਿ ਹੈ ਤੁਸੀਂ ਵੀਡੀਓ ਪਾਊਜ਼ ਕਰਕੇ ਸਾਰੇ ਸਕਰੀਨਸ਼ਾਟ ਲੈ ਵੀ ਸਕਦੇ ਹੋ ਔਰ ਤੁਸੀਂ ਪੜ੍ਹ ਵੀ ਸਕਦੇ ਹੋ। ਸੋ ਇਹ ਸਨ ਆਪਣੇ ਕੋਲ ਇਕਨੋਮਿਕਸ ਦਾ ਆਲ ਓਵਰ ਜੋ ਕਿ ਹੈ ਇਹ ਇਕਨੋਮਿਕਸ ਦਾ ਆਲ ਓਵਰ ਰਿਵੀਜ਼ਨ। ਇਹ ਫੁੱਲੀ ਰਿਵੀਜ਼ਨ ਹੈ ਅਤੇ ਤੁਹਾਡੇ ਸਾਰਿਆਂ ਨੂੰ ਜੋ ਕਿ ਹੈ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ। ਅਤੇ ਨੈਕਸਟ ਅਸੀਂ ਹੁਣ ਚੈੱਕ ਕਰਦੇ ਹਾਂ। ਸੋ ਨੈਕਸਟ ਆਪਾਂ ਨੂੰ ਦੇ ਦਿੱਤਾ ਗਿਆ ਹੈ ਸਿਵਿਕਸ ਵੱਲ। ਚਲੋ ਅਸੀਂ ਸਿਵਿਕਸ ਦਾ ਹੁਣ ਪੜ੍ਹ ਲੈਂਦੇ ਹਾਂ, ਸਿਵਿਕਸ ਦਾ ਵੀ ਨਾਲ ਕਰ ਲੈਂਦੇ ਹਾਂ। ਸਿਵਿਕਸ ਦੇ ਸਾਡੇ ਜੋ ਕਿ ਐਗਜ਼ਾਮ ਦੇ ਵਿੱਚ 3 ਚੈਪਟਰ ਆਉਣ ਜਾ ਰਹੇ ਹਨ। ਸਭ ਤੋਂ ਪਹਿਲਾਂ ਜੋ ਕਿ ਹੈ ਚੈਪਟਰ ਨੰਬਰ 12 ਦਾ ਸਟੇਟ ਗਵਰਨਮੈਂਟ। ਇਸ ਚੈਪਟਰ ਵਿੱਚੋਂ ਸਿਰਫ ਇੱਕ ਕੁਐਸਚਨ ਆਉਣ ਜਾ ਰਿਹਾ ਹੈ, ਉਹ ਵੀ 1 ਨੰਬਰ ਦਾ। ਸੋ ਉਸ ਤੋਂ ਨੈਕਸਟ 13th ਚੈਪਟਰ ਦੇ ਵਿੱਚੋਂ ਇੰਡੀਅਨ ਡੈਮੋਕਰੇਸੀ ਐਟ ਵਰਕ। ਇਸ ਚੈਪਟਰ ਦੇ ਵਿੱਚੋਂ ਸਾਨੂੰ 4 ਨੰਬਰ ਦਾ ਸਿਰਫ ਇੱਕ ਜੋ ਕਿ ਹੈ ਉਹ ਕੁਐਸਚਨ ਆਏਗਾ। ਸੋ ਇਸ ਤੋਂ ਬਾਅਦ ਚੈਪਟਰ ਨੰਬਰ 14th ਹੈ ਆਪਣੇ ਕੋਲ ਇੰਡੀਅਨ ਫੋਰਨ ਪੋਲਿਸੀ ਐਂਡ ਯੂਨਾਈਟਿਡ ਨੇਸ਼ਨ। ਸੋ ਸਾਰੀ ਡਿਟੇਲ ਵਿੱਚ ਤੁਹਾਨੂੰ ਚੈਪਟਰ ਪੜ੍ਹਾਏ ਜਾਣਗੇ ਅਤੇ ਇਸ ਜੋ ਕਿ ਹੈ ਵੀਡੀਓ ਨੂੰ ਆਪਣੇ ਦੋਸਤਾਂ ਵਿੱਚ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਜੋ ਕਿ ਹੈ ਉਹ ਨੌਲੇਜ ਲੈ ਸਕਣ। ਸੋ ਇਸ ਦੇ ਵਿੱਚ ਸਿਰਫ ਸਾਨੂੰ 2 ਨੰਬਰ ਦਾ ਇੱਕ ਕੁਐਸਚਨ ਆਏਗਾ ਜਿਹਦੇ ਸਾਡੇ ਕੋਲ 2 ਨੰਬਰ ਹੋਣ ਜਾਣਗੇ। ਸੋ ਚਲੋ ਹੁਣ ਅਸੀਂ ਨੈਕਸਟ ਦੇਖਦੇ ਹਾਂ ਚੈਪਟਰ ਨੰਬਰ 3 ਦਾ ਸਟੇਟ ਗਵਰਨਮੈਂਟ। ਸੋ ਇਹ 'ਚ ਹਨ 1 ਲਾਈਨ ਔਰ 1 ਵਰਡ ਕੁਐਸਚਨਸ। ਸੋ ਚਲੋ ਇਹਨਾਂ ਵੱਲ ਆਪਣੇ ਕੋਲ ਜੋ ਕਿ ਪਹਿਲਾ ਕੁਐਸਚਨ ਆ ਚੁੱਕਾ ਹੈ, ਹਾਊ ਮੈਨੀ ਸਟੇਟਸ ਐਂਡ ਯੂਨੀਅਨ ਟੈਰੀਟਰੀਜ਼ ਆਰ ਦੇਅਰ ਇਨ ਇੰਡੀਆ। ਇਹ ਬਹੁਤ ਜੋ ਕਿ ਇੰਪੋਰਟੈਂਟ ਕੁਐਸਚਨ ਹੈ ਅਤੇ ਇਹ ਬਹੁਤ ਹੀ ਈਜ਼ੀ ਕੁਐਸਚਨ ਵੀ ਹੈ। ਸੋ ਇਸ ਦਾ ਆਨਸਰ ਹੈ ਦੇਅਰ ਆਰ 28 ਸਟੇਟਸ ਐਂਡ 8 ਯੂਨੀਅਨ ਟੈਰੀਟਰੀਜ਼ ਇਨ ਇੰਡੀਆ। ਸੈਕਿੰਡ ਕੁਐਸਚਨ, on what basis have states been classified in India? The states have been organized on the linguistic basis. ਸੋ ਆਪਣੇ ਕੋਲ ਥਰਡ ਕੁਐਸਚਨ ਹੈ ਵਾਟ ਇਜ਼ ਕਾਲਡ ਅ ਯੂਨੀਅਨ ਟੈਰੀਟਰੀ। ਸੋ ਇਸ ਦਾ ਆਨਸਰ ਹੈ ਯੂਨੀਅਨ ਟੈਰੀਟਰੀ ਇਜ਼ administrative unit the administration of which is under the union government. So next ਅਸੀਂ fourth question ਦੇਖਦੇ ਹਾਂ, on which list of subjects can the state government make laws? The answer ਹੈ the state legislature can make laws on the subjects in the state list and concurrent list. ਸੋ ਇਹ ਸਨ ਆਪਣੇ ਕੋਲ 4 ਕੁਐਸਚਨ। ਸੋ ਨੈਕਸਟ ਇਹਨਾਂ ਦੇ ਕੁਐਸਚਨ ਦੇਖਦੇ ਹਾਂ। 5th ਕੁਐਸਚਨ ਆਪਣੇ ਕੋਲ ਹੈ, ਇਨ ਵਿਚ ਹਾਊਸ ਕੈਨ ਅ ਮਨੀ ਬਿੱਲ ਬੀ ਇੰਟਰੋਡਿਊਸਡ। ਸੋ ਇਸ ਦਾ ਆਨਸਰ ਹੈ ਅ ਮਨੀ ਬਿੱਲ ਕੈਨ ਬੀ ਇੰਟਰੋਡਿਊਸਡ ਓਨਲੀ ਇਨ ਦਾ ਵਿਧਾਨ ਸਭਾ। 6th ਕੁਐਸਚਨ, who is the real head of the state government? The chief minister is the real head of the state government. 7th question है, mention the 2 qualifications for the office of the governor. इसका आंसर है he must be the citizen of India and must have completed 35 years of age. 8th question है, write any one executive power of the governor. The governor is the executive head of the state. Next question है, mention any one legislative function of governor. He summons, adjourns and prorogues the state legislature. So अपने को next 10th question है, mention any one financial power of governor. So next is the answer देखते हैं, the budget of the state is presented in the legislative assembly in his name. So 11th question है, write any one judicial power of the governor. The governor is consulted by the president in appointment of the judges of the high court.
नेक्स्ट अपने को 12th क्वेश्चन है, हाउ मैनी मिनिमम सेशंस ऑफ द legislature must hold in a year. The state legislature must hold at least two sessions in a year. Question number 13th है, who is the chief advisor? Who is the सो अपने कोल नैक्सट क्वेश्चन है 13th, हू इज़ द चीफ एडवाइज़र ऑफ द गवर्नर? इसका आंसर है द चीफ मिनिस्टर इज़ द चीफ एडवाइज़र ऑफ द गवर्नर। क्वेश्चन नंबर 14th है, राइट एनी वन पावर ऑफ द चीफ मिनिस्टर, जो कि चीफ मिनिस्टर की असी एक पावर लिखनी है। द चीफ मिनिस्टर प्रिपेयर्स अ लिस्ट ऑफ द मिनिस्टर्स एंड सेंड्स टू गवर्नर फॉर अप्रूवल। क्वेश्चन नंबर 15th है, हु कैन अपॉइंट द चीफ मिनिस्टर? द गवर्नर अपॉइंट्स द चीफ मिनिस्टर। सो नैक्सट देखते हाँ, नैक्सट अपने को चैप्टर जो कि है आ चुका है, इंडियन डेमोक्रेसी एट वर्क, जो कि है इस चैप्टर के विचों सानू सिर्फ एक क्वेश्चन आ जा रहा है, जो कि है 4 नंबरों का सानू आएगा। सो इस दे विच तुसी जो कि शॉर्ट क्वेश्चन आंसर्स वीडियो पॉज करके पढ़ सकते हो, या फिर तुसी स्क्रीनशॉट जो कि है वो लै भी सकते हो। सो इस दे नाल ही असी अगे पढ़ते हाँ, 4 नंबरों के विच असी शॉर्ट क्वेश्चन आंसर अते लॉन्ग आंसर टाइप क्वेश्चन जो कि है वो पढ़ने जा रहे हाँ। सो अपने को फर्स्ट शॉर्ट आंसर टाइप क्वेश्चन आ चुका है। सो ये है क्वेश्चन नंबर 1, वाई आर द मॉडर्न डेमोक्रेसीज इंटरैक्ट? इसका आंसर है मॉडर्न स्टेट्स आर वेरी लार्ज, द नंबर ऑफ सिटीजन्स रन्स into crores. It is not possible for them to run the government of the country directly. They cannot even assemble at one place. Moreover, we need to an organized body, not a crowd, for running the government. The voters elect their representatives to the legislature or other offices. The number of the elected representatives is not too large. This can run the government smoothly and efficiently. This is why the modern democracies are indirect. So अपने को लगे सेकंड क्वेश्चन आ चुका है। सेकंड क्वेश्चन है, व्हाट इज़ द इम्पोर्टेंस ऑफ रिप्रेजेंटेशन इन डेमोक्रेसी? सो इसका जो कि है अपने को आंसर है, इन modern age democratic government are the representative government. It means all depends upon the representation. So आगे ਅਸੀਂ देखते हाँ, moreover the government gets opinion of the people and knows the needs of the different sections of the society, and this helps the government in the forming right policies to run the state. Thus the government functions according to the will of the people by their representation. Thus we can see the representation in democracy as great importance. So next अपने को थर्ड क्वेश्चन आ चुका है, what is meant by the principle of political equality? So इसका आंसर है, political equality means that all people should enjoy the political rights. According to this principle, citizens cannot be divided in first and second classes. In other words, it will not be possible that some people have rights and others do not have. Thus, it is clear that by the political equality we mean that all citizens are equal in the eyes of law, and they can acquire higher posts on the basis of their merit. No discrimination is made by the law on the basis of religion, caste, color and sex. जो कि अपने को नेक्स्ट फोर्थ क्वेश्चन जो कि है आ चुका है। फोर्थ क्वेश्चन है, डिस्क्राइब द इम्पोर्टेंस ऑफ public opinion. The role of the public opinion in the democracy is very important. Public welfare is the base of the public opinion. It always reminds the governments of its
duties. The fact is that public opinion is the soul of the democracy. The source of the power of the democratic government is public opinion. The public opinion is the foundation on which the government is the stable. The government always tries its best to get the public opinion in its favor. The government implements its policies keeping in the view, will and directions of the public opinion. The government which ignores the public opinion becomes the dictatorial and puts democracy in danger. Such a government loses the confidence of the people. As a result, it faces a defeat in elections. That is why the government tries not to go against the public opinion. सो अपने को नेक्स्ट अपने को फिफ्थ क्वेश्चन जो कि है आ चुका है, बहुत ही इंपॉर्टेंट जो कि है क्वेश्चन जो कि है अपने को ये क्वेश्चन है। सो इस लिखा है एक्सप्लेन द ब्रीफली द पॉलिसीज एंड द प्रोग्राम्स ऑफ द श्रोमणी अकाली दल। सो मैंशन एनी पोलिटिकल। So Shrommani Akali Dal was founded in 1920. The constitution was approved the meeting for the executive on the September 2 1974. According to it, following are the objectives to bring the reforms, the gurdwaras and their proper looking after, to maintain the belief among the Sikhs and the Panth is independent, to end poverty and starvation, to make economic setup more just and to remove difference between the rich and the poor, to put end to the illiteracy and untouchability and discrimination, to arrange for the public health and security. So next question number अपने को आ गया सिक्स्थ। एक्सप्लेन द ब्रीफली द पॉलिसीज ऑफ द प्रोग्राम्स ऑफ द इंडियन नैशनल कांग्रेस। सो ये जो कि है तुसी देख सकते हो क्वेश्चनस। सो अगे असी नैक्सट जो कि है इस दे लॉन्ग ये जो कि है तुसी पढ़ सकते क्वेश्चन वीडियो जो कि पॉज करके। नैक्सट अपने को सेवंथ क्वेश्चन आ चुका है एक्सप्लेन ब्रीफली द पॉलिसीज एंड द प्रोग्राम्स ऑफ BJP मीनस भारतीय जनता पार्टी। सो इस दे बहुत ही शॉर्ट विच क्वेश्चन लिखा गया कि वो अप्रैल 6 1980 ਨੂੰ जो कि है वो ऑर्गेनाइज्ड की गई सी। उस दे विच जो कि प्रोग्राम्स ਜਾਂ ਇਹ पॉलिसीज उस ਦੀਆਂ सन। सो अगे अपने को आ चुका है लॉन्ग आंसर टाइप क्वेश्चन असी जरूर पढ़ लेने हैं। तुसी वीडियो पॉज करके जो कि पढ़ सकते हो वट आर द कंडीशनस ऑफ सक्सैस ऑफ डेमोक्रेसी। सो इस दे जो कि है मैं बहुत स्लो जो कि है वीडियो जो कि मूव कर रहा हाँ। तुसी ये क्वेश्चन बहुत ही आराम नाल जो कि हो पढ़ सकते हो। सो इस दे नाल ही असी अगे वधदे हाँ। अगे वधना अपने को चैप्टर नंबर जो कि है सैकेंड आ जाता है। चैप्टर नंबर सैकेंड दे विच 2 नंबर का अपने को सिर्फ एक क्वेश्चन आएगा। इस पूरे चैप्टर चो सिर्फ सानू 2 नंबर का पेपर आएगा। सो क्वेश्चन नंबर 1 है डिस्क्राइब द कॉजेस ऑफ टेंशन बिटवीन इंडिया एंड पाकिस्तान। पाकिस्तान हैज़ बीन क्लेमिंग द कश्मीर सिंस इंडिपेंडेंस वेयर एज इट इज़ एन इंटरजनल पार्ट ऑफ इंडिया। सेकेंड क्वेश्चन इज describe the positive aspect of Indo-Pakistan relationship. On 17th February 1999, India-Pakistan signed the formal agreement for launching the Delhi-Lahore bus service. सो ये बहुत ही जो कि सिंपल वन वर्ड वन लाइन वाले क्वेश्चन हैं जो कि तुसी वीडियो पॉज करके बहुत ही आराम नाल पढ़ सकते हो। सो नैक्सट असी देखते हाँ। सो इस साढ़े को टोटल बहुत ही छोटे छोटे हैं। एक क्वेश्चन असी जरूर पढ़ लेना है वट डू यू मीन बाय पंचशील। क्वेश्चन नंबर 20 जो सीगा। उस तो बाद नैक्सट अपने को है फिल इन द ब्लैंक्स। फिल इन द ब्लैंक्स 9 साढ़े को फिल इन द ब्लैंक्स हैं उन्होंने आंसर थले जो कि दिते गए हैं। उस तो बाद नैक्सट अपने को MCQs
ਆ ਗਏ ਹਨ। MCQs ਅਸੀਂ ਬਹੁਤ ਹੀ ਆਰਾਮ ਨਾਲ ਕਰ ਸਕਦੇ ਹਾਂ। ਇਹਨਾਂ ਦੇ ਸਾਡੇ ਕੋਲ ਥੱਲੇ ਇਹ ਜੋ ਕਿ ਹੈ ਆਨਸਰਸ ਵੀ ਦਿੱਤੇ ਗਏ ਹਨ। ਸੋ ਨੈਕਸਟ ਆਪਣੇ ਕੋਲ ਸ਼ੋਰਟ ਆਨਸਰ ਟਾਈਪ ਕੁਐਸਚਨਸ ਆ ਗਏ ਹਨ ਜੋ ਕਿ ਅਸੀਂ ਜ਼ਰੂਰ ਪੜ੍ਹਨੇ ਹਨ। ਸੋ ਇਹਨਾਂ ਨੂੰ ਤੁਸੀਂ ਵੀਡੀਓ ਪੌਜ਼ ਕਰਕੇ ਜ਼ਰੂਰ ਜੋ ਕਿ ਹੈ ਉਹ ਪੜ੍ਹ ਸਕਦੇ ਹੋ। ਮੈਂ ਥੋੜ੍ਹਾ ਜੋ ਕਿ ਹੈ ਸਕਰੀਨ ਜ਼ੂਮ ਕਰਕੇ ਵੀ ਤੁਹਾਨੂੰ ਦਿਖਾ ਦਿੰਦਾ ਹਾਂ। ਸੋ ਇਹ ਸੀਗਾ ਸਾਡਾ ਅੱਜ ਦਾ ਸਾਰੀ ਜੋ ਕਿ ਰਿਵੀਜ਼ਨ, ਇਹ ਸਾਡੀ ਸਾਰੀ ਜੋ ਕਿ ਹੈ ਰਿਵੀਜ਼ਨ ਸੀਗੀ ਇਕਨੋਮਿਕਸ ਅਤੇ ਸਿਵਿਕਸ ਦੀ। ਸੋ ਤੁਹਾਡੇ ਸਾਰਿਆਂ ਦਾ ਥੈਂਕਸ ਹੈ ਕਿ ਤੁਸੀਂ ਹੁਣ ਤੱਕ ਇੱਥੇ ਤੱਕ ਜੁੜੇ ਹੋ। ਜੇ ਤੁਸੀਂ ਚੈਨਲ 'ਤੇ ਨਵੇਂ ਆਏ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਆਪਣੇ ਦੋਸਤਾਂ ਨਾਲ ਸ਼ੇਅਰ ਕਰ ਲਓ, ਕਿਉਂਕਿ ਇਹਨਾਂ ਉੱਤੇ ਬਹੁਤ ਹੀ ਜਲਦ ਚੈਪਟਰਸ ਦੀ ਜੋ ਕਿ ਹੈ ਵੀਡੀਓ ਵੀ ਆਈ ਜਾ ਰਹੀ ਹੈ। ਸੋ ਓਕੇ, ਥੈਂਕਸ, ਬਾਏ ਬਾਏ, ਟੇਕ ਕੇਅਰ।